प्रसिद्ध पंजाबी गायक दिलजान नमत अंतम अरदास ਅਤੇ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਗ੍ਰਹਿ ਆਰੀਆਨਗਰ ਕਰਤਾਰਪੁਰ ਵਿਖੇ ਹੋਈ, ਜਿਸ ਵਿੱਚ ਰਾਜਸੀ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੰਜਾਬੀ ਗੀਤ ਸੰਗੀਤ ਨਾਲ ਜੁੜੀਆਂ ਅਹਿਮ ਸ਼ਖਸੀਅਤਾਂ ਤੇ ਸੰਗੀਤ ਪ੍ਰੇਮੀਆਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਿਲਜਾਨ ਨਾਲ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਪਹਿਲਾਂ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ। इस मौके दिलजान नूं श्रद्धांजलियां भेट करदिआं सीनियर पत्रकार सतनाम सिंह माणक का कहना है कि पिछले 1.5-2 दहाके तो दिलजान मेरे संपर्क विच आया सी। उस दी गायकी मेरे दिल नूं टुंबदी सी। उसने पंजाब जागृति मंच ते हिंद पाक दोस्ती मंच दीआं स्टेजां तो अपनी जुबान अते सत्कार दे लई साडा साथ दिता। ਉਹ एक अजिहा कलाकार सी जिस दी उम्र तो गायकी वड्डी सी। ਉਹ ਗੁਰਮਤ, ਸੂਫੀ ਮਤ ਅਤੇ ਭਗਤੀ ਲਹਿਰ ਤਿੰਨਾਂ ਵਿਰਾਸਤਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਗਾਇਕ ਸੀ। वारी है सब कोई आई, वारी है जो आया सो चल से, जो आया सो चल से। करना कियो आपे ही करना कियो, कल या तेरी तारी है। आपे ही करना गीता अपना है, गीता अपना तर्क जीवा की सारी है। देख गीता अपना ਸਾਡੇ ਲਈ ਅੱਜ ਦਾ ਇਹ ਬਹੁਤ ਕਠਿਨ ਸਮਾਂ
मैं ज़्यादा बोल नहीं सकांगा क्योंकि जिस तरह दीपक होरां ने दसिया कि जदों DAV कॉलेज जलंधर ਵਿੱਚ ਪੜ੍ਹਦਾ ਸੀ उस समय तो मेरे संपर्क ਵਿੱਚ आया ਸੀਗਾ। पिछले जिन्ने भी 1.5-2 ਦਹਾਕੇ ਦਾ ਸਮਾਂ ਸੀਗਾ ਉਹਦੇ ਨਾਲ ਤਾਲਮੇਲ ਰਿਹਾ ਕਿ ਉਹਦੀ ਜਿਹੜੀ ਗਾਇਕੀ ਸੀਗੀ ਉਹ ਮੇਰੇ ਦਿਲ ਨੂੰ ਟੁੰਬਦੀ ਸੀ। ਪੰਜਾਬ ਦੀਆਂ ਬੌਧਿਕ ਤੇ ਸੱਭਿਆਚਾਰਕ ਤੌਰ ਤੇ 3 ਵਿਰਾਸਤਾਂ ਜਿਹਦੇ ਵਿੱਚ ਗੁਰਮਤਿ ਹੈ, ਸੂਫੀ ਮਤ ਹੈ ਤੇ ਭਗਤੀ ਲਹਿਰ ਹੈ ਤੇ ਇਹ ਤਿੰਨੇ ਹੀ ਵਿਰਾਸਤਾਂ ਨੂੰ ਉਹ ਨਾਲ ਲੈ ਕੇ ਚੱਲਣ ਵਾਲਾ ਗਾਇਕ ਸੀਗਾ। ਉਹਨੇ ਸੂਫੀ ਵੀ ਗਾਇਆ, ਉਹਨੇ ਭਗਤੀ ਲਹਿਰ ਦੇ ਸੰਤਾਂ ਗੁਰੂ ਰਵਿਦਾਸ ਜੀ ਲਈ ਵੀ ਗਾਇਆ, ਉਹਨੇ ਗੁਰੂ ਸਾਹਿਬਾਨ ਲਈ ਵੀ ਗਾਇਆ, ਉਹਨੇ ਜਿਹੜੀ ਸਾਡੀ ਸਨਾਤਨੀ ਧਰਮ ਆ, ਹਿੰਦੂ ਸਮਾਜ ਆ, ਉਹਦੇ ਜਗਰਾਤੇ ਵੀ ਕੀਤੇ ਤੇ ਉਸਨੇ ਸਮਾਜਿਕ ਰਾਜਨੀਤਿਕ ਸਰੋਕਾਰਾਂ ਲਈ ਵੀ ਗਾਇਆ। ਜਿਸ ਤਰ੍ਹਾਂ ਬਾਲੀ ਹੋਰਾਂ ਨੇ ਦੱਸਿਆ ਕਿ ਉਹ ਪੰਜਾਬ ਜਾਗਰਤੀ ਮੰਚ ਦੇ ਪਲੇਟਫਾਰਮ ਤੋਂ ਪੰਜਾਬੀ ਜ਼ਬਾਨ ਦੇ ਪ੍ਰਚਾਰ ਪ੍ਰਸਾਰ ਲਈ ਬੜੀ ਪ੍ਰਤੀਬੱਧਤਾ ਨਾਲ ਹਰ ਸਾਲ ਸਾਡੇ ਪੰਜਾਬੀ ਮਾਰਚ 'ਚ ਸ਼ਾਮਲ ਹੁੰਦੇ ਰਹੇ। ਇਸ ਤੋਂ ਇਲਾਵਾ ਵਾਘੇ ਦੀ ਬਾਰਡਰ 'ਤੇ ਜਿਹੜਾ ਅਸੀਂ ਭਾਰਤ ਪਾਕਿਸਤਾਨ ਅਮਨ ਲਈ ਸੱਭਿਆਚਾਰਕ ਪ੍ਰੋਗਰਾਮ ਕਰਾਉਂਦੇ ਰਹੇ, ਉਹਦੇ 'ਚ ਵੀ ਉਹ ਸ਼ਿਰਕਤ ਕਰਦੇ ਰਹੇ। ਉਹ ਇੱਕ ਅਜਿਹਾ ਕਲਾਕਾਰ ਸੀ ਜਿਹੜਾ ਆਪਣੀ ਉਮਰ ਤੋਂ ਉਹਦੀ ਗਾਇਕੀ ਵੱਡੀ ਸੀ। ਬਿਨਾਂ ਸ਼ੱਕ ਉਹਦੇ ਪਿੱਛੇ ਮਡਾਰ ਸਾਹਿਬ ਦਾ ਹੱਥ ਸੀ। ਉਹਨਾਂ ਨੇ ਉਹਨਾਂ ਨੂੰ ਬਹੁਤ ਬਚਪਨ ਤੋਂ ਸਿਖਾਇਆ, ਸਿੱਖਿਆ ਦਿਖਿਆ ਦਿੱਤੀ, ਜ਼ਿੰਦਗੀ 'ਚ ਇੱਕ ਵੱਡਾ ਕਲਾਕਾਰ ਬਣਾਤਾ। ਹੁਣ ਇਸ ਵੇਲੇ ਜਿਹੜਾ ਪਿਛਲੇ ਜਿਹੜਾ ਕਰੋਨਾ ਦਾ ਸਮਾਂ ਲੰਘਿਆ ਉਹਦੇ ਨਾਲ ਥੋੜ੍ਹਾ ਜਿਹਾ ਉਹ ਨਿਰਾਸ਼ ਤੇ ਉਦਾਸ ਜ਼ਰੂਰ ਸੀਗਾ ਕਿਉਂਕਿ ਕਲਾਕਾਰ ਦੀ ਜ਼ਿੰਦਗੀ ਜਿਹੜੀ ਆ ਉਹ ਲੋਕਾਂ ਨਾਲ ਜੁੜੀ ਹੁੰਦੀ ਆ, ਸਟੇਜਾਂ ਨਾਲ ਜੁੜੀ ਹੁੰਦੀ ਆ, ਗੀਤ ਸੰਗੀਤ ਨਾਲ ਜੁੜੀ ਹੁੰਦੀ ਆ। ਜਦੋਂ ਇਹ ਸਾਰੀਆਂ ਕਿਸਮਾਂ ਦੀਆਂ ਰੋਕਾਂ ਲੱਗੀਆਂ ਉਹ ਥੋੜ੍ਹਾ ਉਦਾਸ ਜ਼ਰੂਰ ਸੀਗਾ, ਪਰ ਮੈਂ ਹਮੇਸ਼ਾ ਉਹਨੂੰ ਇਹ ਕਿਹਾ ਕਿ ਇਹ ਸਮਾਂ ਸਾਡੇ ਸਾਰਿਆਂ ਲਈ ਬਹੁਤ ਔਖਾ ਸਮਾਂ ਆ, ਇਹ ਲੰਘ ਜਾਣਾ ਕਿਉਂਕਿ ਸਮਾਂ ਹੀ ਆ। ਸਮਾਂ ਚੰਗਾ ਵੀ ਹੁੰਦਾ, ਸਮਾਂ ਮਾੜਾ ਵੀ ਹੁੰਦਾ। ਮਨੁੱਖਤਾ ਦੇ ਰਾਹ 'ਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ। ਜਦੋਂ ਤੋਂ ਧਰਤੀ ਤੇ ਮਨੁੱਖ ਪੈਦਾ ਹੋਇਆ ਉਹ ਲਗਾਤਾਰ ਸੰਘਰਸ਼ ਕਰਦਾ ਰਿਹਾ, ਚੁਣੌਤੀਆਂ ਦਾ ਸਾਹਮਣਾ ਕਰਦਾ ਰਿਹਾ। ਇਹ ਸਮਾਂ ਵੀ ਚੱਲ ਜਾਏਗਾ। ਇਸ ਕਰਕੇ ਇਸ ਸਮੇਂ ਨੂੰ ਤੂੰ ਚੰਗੇ ਗੀਤਾਂ ਦਾ ਰਿਆਜ਼ ਕਰਨ ਤੇ ਉੱਪਰ ਲਗਾ, ਪੰਜਾਬੀ ਸਾਹਿਤ ਪੜ੍ਹ ਤਾਂ ਕਿ ਤੈਨੂੰ ਸਟੇਜਾਂ ਤੇ ਬੋਲਣ ਲਈ ਚੰਗੀ ਸ਼ਬਦਾਵਲੀ ਮਿਲੇ। ਇਸ ਤਰ੍ਹਾਂ ਦੀ ਚਰਚਾ ਉਹਦੇ ਨਾਲ ਹੁੰਦੀ ਰਹਿੰਦੀ ਸੀ ਔਰ ਬੜਾ ਉਹਨੇ ਮੁੱਢਲੇ ਸਮੇਂ 'ਚ ਥੋੜ੍ਹਾ ਉਦਾਸ ਹੋਣ ਤੋਂ ਬਾਅਦ ਇੱਕ ਵਾਰ ਫਿਰ ਮੁੜ ਬੜਾ ਸਰਗਰਮ ਹੋ ਗਿਆ। ਜਦੋਂ ਤੋਂ ਮੁੜ ਕੇ ਉਹ ਕੈਨੇਡਾ ਤੋਂ ਆਇਆ ਕੁਝ ਮਹੀਨੇ ਪਹਿਲਾਂ ਉਹਨੇ ਆ ਕੇ ਬਹੁਤ ਸਾਰੇ ਗੀਤ ਨਵੇਂ ਰਿਕਾਰਡ ਕਰਾਏ ਜਿਹੜੇ ਹਜੇ ਵੀ ਰਿਲੀਜ਼ ਹੋਣ ਲਈ ਰਹਿੰਦੇ ਆ। ਇਸ ਤੋਂ ਇਲਾਵਾ ਬਹੁਤ ਸਾਰੇ ਜਿੱਦਾਂ ਦੀਪਕ ਬਾਲੀ ਹੋਰਾਂ ਨੇ ਦੱਸਿਆ ਵੱਡੇ ਪ੍ਰੋਜੈਕਟ ਜਿਹੜੇ ਆ ਵਿਕਾਸ ਸਚਦੇਵਾ ਹੋਰਾਂ ਦੇ ਰਾਹੀਂ ਹੱਥ 'ਚ ਲਏ ਜਿਹੜੇ ਕਿ ਆਉਣ ਵਾਲੇ 400-500 ਸਾਲ ਇਹੋ ਜਿਹੀਆਂ ਯਾਦਗਾਰਾਂ ਲਈ ਉਹਨਾਂ ਨੇ ਦਰਜਨਾਂ ਗੀਤ ਗਾ ਕੇ ਰਿਕਾਰਡ ਕਰ ਦਿੱਤੇ ਆ ਜਿਹੜੇ ਆਉਣ ਵਾਲੇ 400-500 ਸਾਲ ਤੱਕ ਲੋਕ ਭੁੱਲ ਨਹੀਂ ਸਕਣਗੇ। ਉਹ ਕੰਮ ਉਹਨਾਂ ਦਾ ਸਾਹਮਣੇ ਆਏਗਾ। ਹੁਣ ਮੈਂ ਇਹ ਕਹਿਣਾ ਚਾਹਨਾ ਕਿ ਉਹਨਾਂ ਦੀ ਗਾਇਕੀ ਦੀ, ਉਹਨਾਂ ਦੇ ਥੋੜ੍ਹੀ ਜਿਹੀ ਉਮਰ 'ਚ ਇੱਕ ਵੱਡਾ ਨਾਇਕ ਬਣਨ ਦੀ ਚਰਚਾ ਅਸੀਂ ਕਰਦੇ ਰਵਾਂਗੇ, ਪਰ ਪਰਿਵਾਰ ਨੂੰ ਇੱਕ ਬਹੁਤ ਵੱਡਾ ਸਦਮਾ ਲੱਗਾ। ਇਸ ਸਮੇਂ 'ਚ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਉਹ ਇੱਕਦਮ ਅਚਾਨਕ ਉਹ ਸਾਡੇ ਤੋਂ ਅਲੋਪ ਹੋ ਜਾਏਗਾ। ਸਦਮਾ ਬਹੁਤ ਵੱਡਾ ਆ। 30 ਮਾਰਚ ਤੋਂ ਲਗਾਤਾਰ ਪਰਿਵਾਰ ਦੇ ਸਾਰੇ ਜੀ ਬਹੁਤ ਜ਼ਿਆਦਾ ਰੋ ਰਹੇ ਆ, ਜਜ਼ਬਾਤੀ ਹੋ ਰਹੇ ਆ, ਪਰ ਇਹ ਸਿਲਸਿਲਾ ਜਿਹੜਾ ਇਹਨੂੰ ਹੁਣ ਅਸੀਂ ਅੱਗੇ ਨਹੀਂ ਵਧਾ ਸਕਦੇ। ਅਸੀਂ ਹੁਣ ਦਿਲ ਜਾਨ ਲਈ ਸਾਨੂੰ ਜੀਣਾ ਪੈਣਾ, ਪਰਿਵਾਰ ਨੂੰ ਇਹ ਭਾਣਾ ਮੰਨਣਾ ਪੈਣਾ। ਜਿੱਦਾਂ ਗੁਰਬਾਣੀ ਕਹਿੰਦੀ ਹੈ ਤਕੜੇ ਹੋ ਕੇ ਦਿਲ ਜਾਨ ਦੀ ਜਿਹੜੀ ਵਿਰਾਸਤ ਹੈ, ਉਹਦਾ ਜਿਹੜਾ ਗੀਤ ਸੰਗੀਤ ਹੈ ਉਹਨੂੰ ਸੰਭਾਲਣਾ, ਉਹਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ। ਉਹਦੀ ਹਰ ਚੀਜ਼ ਦੀ ਮੈਕਡੋਵਲ ਅਕੈਡਮੀ ਹੈ ਜਿਹੜੀ ਮਡਾਰ ਸਾਹਿਬ ਚਲਾਉਂਦੇ ਆ, ਉਹ ਸਾਰੀ ਉਹਦੀ ਜਿਹੜੀ ਆਡੀਓ ਉਹਦੀਆਂ ਜਿੰਨੀਆਂ ਹੈਗੀਆਂ, ਵੀਡੀਓ ਜਿੰਨੀਆਂ ਉਹਦੀਆਂ ਹੈਗੀਆਂ, ਜਿੰਨੀਆਂ ਉਹਦੀਆਂ ਤਸਵੀਰਾਂ, ਜਿੰਨੀਆਂ ਉਹਦੀਆਂ ਇੰਟਰਵਿਊਜ਼ ਆ, ਉਹ ਸਾਰੀਆਂ ਨੂੰ ਸੰਭਾਲਣ ਦੀ ਲੋੜ ਆ ਤਾਂ ਕਿ ਅਕੈਡਮੀ ਦੇ ਕੋਲ ਉਹਦਾ ਸਾਰਾ ਜਿਹੜਾ ਵਿਰਸਾ ਸਰਮਾਇਆ ਹੋਵੇ। ਇਸ ਤੋਂ ਇਲਾਵਾ ਦਿਲਜਾਨ ਦਾ ਕਰਤਾਰਪੁਰ ਤੋਂ ਉੱਠ ਕੇ ਜਲੰਧਰ ਦੀ, ਪੰਜਾਬ ਦੀ, ਭਾਰਤ ਦੀ ਤੇ ਦੱਖਣੀ ਏਸ਼ੀਆ ਦੀ ਤੱਕ ਆਪਣੀ ਪਹਿਚਾਣ ਬਣਾ ਲੈਣਾ ਸਾਡੇ ਲਈ ਮਾਣ ਦੀ ਗੱਲ ਹੈ। ਕਰਤਾਰਪੁਰ ਦੇ ਨੌਜਵਾਨ ਜਿਹੜੇ ਸੰਗੀਤ ਦੇ ਖੇਤਰ 'ਚ ਆਉਣਾ ਚਾਹੁੰਦੇ ਆ, ਜਲੰਧਰ ਦੇ ਨੌਜਵਾਨ ਜਿਹੜੇ ਸੰਗੀਤ ਦੇ ਖੇਤਰ 'ਚ ਆਉਣਾ ਚਾਹੁੰਦੇ ਆ, ਪੰਜਾਬ ਦੇ ਨੌਜਵਾਨ ਜਿਹੜੇ ਸੰਗੀਤ ਦੇ ਖੇਤਰ 'ਚ ਆਉਣਾ ਚਾਹੁੰਦੇ ਆ, ਔਰ ਭਾਰਤ ਤੇ ਪਾਕਿਸਤਾਨ ਦੇ ਨੌਜਵਾਨ ਜਿਹੜੇ ਸੰਗੀਤ ਦੇ ਖੇਤਰ 'ਚ ਆਉਣਾ ਚਾਹੁੰਦੇ ਆ,
ਉਹਨਾਂ ਨੂੰ ਦਿਲਜਾਨ ਤੋਂ ਸਿੱਖਣ ਲਈ ਬਹੁਤ ਕੁਝ ਮਿਲੇਗਾ। ਤੇ ਇਹ ਜਿਹੜਾ ਵਿਰਸਾ, ਇਹ ਸਰਮਾਇਆ ਅਸੀਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਔਰ ਮਡਾਰ ਸਾਹਿਬ ਨਾਲ ਲਗਾਤਾਰ ਰਾਬਤਾ ਰੱਖਾਂਗੇ ਕਿ ਕਿਸ ਤਰ੍ਹਾਂ ਅਸੀਂ ਦਿਲਜਾਨ ਦੀ ਗਾਇਕੀ ਨੂੰ ਅੱਗੇ ਵਧਾ ਸਕਦੇ ਹਾਂ, ਉਹਦੀ ਯਾਦ ਨੂੰ ਆਪਣੇ ਮਨਾਂ 'ਚ ਵਸਾ ਸਕਦੇ ਹਾਂ। ਤਾਂ ਹੀ ਅਸੀਂ ਸਮਝਾਂਗੇ ਕਿ ਅਸੀਂ ਦਿਲਜਾਨ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਾਂ। ਕਿ ਅੱਜ ਇਸ ਗੱਲ ਦਾ ਯਕੀਨ ਹੀ ਨਹੀਂ ਆਉਂਦਾ ਕਿ ਅਸੀਂ ਦਿਲਜਾਨ ਜੀ ਦੇ ਅੰਤਿਮ ਅਰਦਾਸ ਦੇ ਵਿੱਚ ਅੱਜ ਸਾਡੇ ਵਿੱਚ ਹੈ ਨੇ, ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਇਕੱਠੇ ਹੋਏ ਹਾਂ। ਕਿਉਂਕਿ ਪਿਛਲੇ ਕੁਝ ਦਿਨ ਪਹਿਲੇ ਹੀ 15-20 ਦਿਨ ਪਹਿਲਾਂ ਹੀ ਸਾਡੇ ਇੱਥੇ ਕਰਤਾਰਪੁਰ ਦੇ ਵਿੱਚ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਸੀਗੇ। ਪਰ ਦਿਲਜਾਨ ਹਰ ਰੋਜ਼ ਹੀ ਮੇਰੇ ਨਾਲ ਰਹਿੰਦਾ ਸੀ ਔਰ ਬੜੀਆਂ ਗੱਲਾਂ ਉਹਨੇ ਦੱਸੀਆਂ, ਬੜੀਆਂ ਆਪਣੀ ਸੁਜੈਸ਼ਨ ਵੀ ਦਿੱਤੀਆਂ। ਦਿਲਜਾਨ ਜਿਹੜਾ ਕਿ ਹਾਲੇ ਇੱਕ ਸਾਡੇ ਬਾਗ ਦਾ ਗੁਲਾਬ ਦਾ ਫੁੱਲ ਸੀ ਜਿਹਨੇ ਹਾਲੇ ਖਿੜਨਾ ਸ਼ੁਰੂ ਕੀਤਾ ਸੀ ਔਰ ਆਪਣੀ ਜਿਹੜੀ ਮਹਿਕ ਸੀ ਉਹਨੇ ਹਾਲੇ ਸਾਰੇ ਬਾਗ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਉਹਨੇ ਬਖੇਰ ਨਹੀਂ ਸੀਗੀ। ਪਰ ਪਰਮਾਤਮਾ ਦੀ, ਜਿੱਦਾਂ MP ਸਾਹਿਬ ਨੇ ਕਿਹਾ, ਪਰਮਾਤਮਾ ਦੀ ਇਹ ਬਹੁਤ ਵੱਡੀ ਜਿਹੜੀ ਬੇਇਨਸਾਫੀ ਹੈ। ਅੱਜ ਉਸ ਬੇਇਨਸਾਫੀ ਦੀ ਬਦੌਲਤ ਉਹ ਜਿਹੜਾ ਸਾਡਾ ਅਜ਼ੀਜ਼ ਐਡਾ ਵੱਡਾ, ਐਡਾ ਅੱਛਾ ਜਿਹੜਾ ਗਾਇਕ ਸੀ, ਜਿਹਦੀ ਇੱਕ ਸ਼ੁਰੂਆਤ ਸੀ ਔਰ ਇੱਕ ਹਾਲੇ ਕਰੂੰਬਲ ਹੀ ਬਣਾਇਆ ਸੀਗਾ, ਉਹ ਅੱਜ ਸਾਡੇ ਵਿੱਚ ਨਹੀਂ। ਮੈਂ ਪਹਿਲਾਂ ਵੀ ਜਿਸ ਦਿਨ ਇਹ ਘਟਨਾ ਘਟੀ ਉਸ ਦਿਨ ਵੀ ਪਰਿਵਾਰ ਔਰ ਸਾਰੇ ਸਾਥੀਆਂ ਨਾਲ ਗੱਲ ਕੀਤੀ ਸੀ ਵੀ ਜਿਸ ਤਰ੍ਹਾਂ ਦੀ ਪਿਛੋਕੜ ਦੇ ਵਿੱਚੋਂ ਦਿਲਜਾਨ ਉੱਠਿਆ, ਕਿਉਂਕਿ ਅਸੀਂ ਸਾਰੇ ਉਸ ਪਿਛੋਕੜ 'ਚ ਉੱਠੇ ਹਾਂ ਔਰ ਉਸ ਪਿਛੋਕੜ ਦੇ ਕੀ ਹਾਲਾਤ ਹੁੰਦੇ, ਕਿੱਦਾਂ ਅਸੀਂ ਸਾਰੇ ਹੰਡਾਉਂਦੇ ਹਾਂ, ਅਸੀਂ ਸਾਰੇ ਉਹ ਦੇਖੇ ਆ ਵੀ ਜਿਸ ਤਰ੍ਹਾਂ ਦੀ ਪਿਛੋਕੜ 'ਚੋਂ ਦਿਲਜਾਨ ਉੱਠਿਆ ਆ ਵੀ ਉਸ ਸਮਾਜ ਦੇ ਵਿੱਚ ਕੋਈ ਸਿਤਾਰਾ ਹੀ ਉੱਠਦਾ ਆ। ਔਰ ਸਾਡੇ ਸਮਾਜ ਜਦੋਂ ਇਸ ਸਿਤਾਰਾ ਉੱਠਿਆ, ਇਕੱਲਾ ਉਹਨਾਂ ਦੇ ਪਰਿਵਾਰ ਦੇ ਮਾਣ ਵਾਲੀ ਗੱਲ ਨਹੀਂ ਸੀ, ਸਾਡੇ ਸਾਰੇ ਸਮਾਜ ਦੇ ਲਈ ਮਾਣ ਵਾਲੀ ਗੱਲ ਸੀਗੀ, ਜਿਸ ਸਿਤਾਰੇ ਨੇ ਪੂਰੇ ਦੇਸ਼ ਨੂੰ, ਪੂਰੇ ਸਮਾਜ ਨੂੰ ਵੀ ਮਾਣ ਕਰਾਇਆ। ਇਸ ਕਰਕੇ ਇੱਕ ਨੌਜਵਾਨ ਦਾ ਤੁਰ ਜਾਣਾ ਹੀ ਇਸ ਤਰ੍ਹਾਂ ਦੀ ਘਟਨਾ ਨਾਲ ਬਹੁਤ ਹੀ ਅਸਹਿ ਦੁੱਖ ਹੁੰਦਾ ਆ, ਪਰ ਇੱਕ ਸਿਤਾਰ ਦਾ ਚੱਲ ਜਾਣਾ ਔਰ ਖਾਸ ਕਰ ਉਹਨਾਂ ਤਬਕਿਆਂ 'ਤੇ ਚੱਲ ਜਾਣਾ ਜਿਨ੍ਹਾਂ ਕੋਲ ਬਹੁਤ ਘੱਟ ਕਦੇ ਜਿਹੜੀਆਂ ਇਸ ਤਰ੍ਹਾਂ ਦੀਆਂ ਉਪਲਬਧੀਆਂ ਆਉਂਦੀਆਂ ਆ। ਤੇ ਇਸ ਕਰਕੇ ਸਾਡੇ ਸਾਥੀ ਦਿਲਜਾਨ ਦਾ ਇਸ ਤੁਰ ਜਾਣਾ ਇਕੱਲਾ ਪਰਿਵਾਰ ਦਾ ਘਾਟਾ ਨਹੀਂ ਆ, ਸਾਡਾ ਸਾਰਿਆਂ ਦਾ ਘਾਟਾ ਆ। ਕਾਸ਼ ਕੁਦਰਤ ਜਿਹੜੀ ਸਾਡੇ ਨਾਲ ਨਿਆਂ ਕਰਦੀ, ਦਿਲਜਾਨ ਸਾਡੇ ਵਿੱਚ ਰਹਿੰਦਾ ਔਰ ਉਹ ਹੋਰ ਤਰੱਕੀਆਂ ਕਰਦਾ, ਸਾਡਾ ਮਾਣ ਹੋਰ ਵੱਧਦਾ, ਸਾਡੇ ਜਿਹੜੇ ਸਮਾਜ ਆ ਉਹਨੂੰ ਹੋਰ ਜਿਹੜੀਆਂ ਅਗਲੀਆਂ ਪੀੜ੍ਹੀਆਂ ਆ ਉਹਨਾਂ ਨੂੰ ਹੋਰ ਪ੍ਰੇਰਨਾ ਮਿਲਦੀ ਵੀ ਸਾਡੇ ਕੋਲ ਇੱਦਾਂ ਦੇ ਸਿਤਾਰ ਆ, ਉਹਨਾਂ ਤੋਂ ਲੋਕ ਪ੍ਰੇਰਨਾ ਲੈਂਦੇ। ਬੜਾ ਸ਼ੋਕਮਈ ਸਮਾਂ ਹੈ ਜਦੋਂ ਕਿ ਲੱਖਾਂ ਕਰੋੜਾਂ ਦਿਲਾਂ ਦੀ ਜਾਨ ਸਾਡਾ ਬਹੁਤ ਹੀ ਅਜ਼ੀਜ਼ ਸੰਗੀਤ ਜਗਤ ਦਾ ਸ਼ਾਈਨਿੰਗ ਸਟਾਰ ਦਿਲਜਾਨ ਅੱਜ ਸਾਡੇ ਵਿੱਚ ਨਹੀਂ ਰਿਹਾ। ਆਪਾਂ ਉਸ ਦੀ ਯਾਦ ਵਿੱਚ ਸਾਰੇ ਇਕੱਤਰ ਹੋਏ। ਮਾਨਕ ਜੀ ਨੇ, ਦੀਪਕ ਜੀ ਨੇ ਕਿਸ ਤਰ੍ਹਾਂ ਸਟੈਪ ਵਾਈਜ਼ ਸੰਗੀਤ ਜਗਤ ਵਿੱਚ ਉੱਪਰ ਆਉਂਦਾ ਗਿਆ, ਦਿਲਜਾਨ ਉਸ ਬਾਰੇ ਆਪਾਂ ਸਾਰਿਆਂ ਨੂੰ ਦੱਸਿਆ। ਔਰ ਮੈਂ ਇਹ ਵੀ ਸਮਝਦਾ ਕਿ ਵਡਾਰ ਸਾਹਿਬ ਉਹਨਾਂ ਦੇ ਪਿਤਾ ਜੀ, ਉਹਨਾਂ ਦੀਆਂ ਕੀ ਸ਼ਰਧਾ ਸੀ, ਕਿ ਉਹਨਾਂ ਦੀ ਫੀਲਿੰਗ ਸੀ ਜਦੋਂ ਉਹ ਦਿਲਜਾਨ ਨੂੰ ਸੁਰਾਂ ਵਿੱਚ ਤਰਾਸ਼ਦੇ ਸੀ ਔਰ ਦਿਲਜਾਨ ਇੱਕ ਕਦਮ ਸੁਰਾਂ ਵਿੱਚ ਉੱਪਰ ਉੱਠ ਰਿਹਾ ਸੀ, ਸੰਗੀਤ ਜਗਤ ਵਿੱਚ ਉੱਪਰ ਉੱਠ ਰਿਹਾ ਸੀ। ਤਾਂ ਮੈਂ ਸਮਝਦਾ ਕਿ ਉਹਨਾਂ ਦੇ ਪਿਤਾ ਨੂੰ ਕਿੰਨੀ ਖੁਸ਼ੀ ਹੋਈ। ਔਰ ਥੋੜ੍ਹੇ ਸਮੇਂ 'ਚ ਦਿਲਜਾਨ ਨੇ ਸੰਗੀਤ ਜਗਤ ਵਿੱਚ ਜੋ ਆਪਣਾ ਸਥਾਨ ਬਣਾਇਆ, ਉਸ ਦੀ ਗਾਇਕੀ, ਉਸ ਦੀ ਬਾਡੀ ਲੈਂਗੁਏਜ, ਉਸ ਦੇ ਜੈਸਚਰਸ, ਜਦੋਂ ਕਈ ਵਾਰੀ ਪ੍ਰੋਗਰਾਮ 'ਚ ਕਿਸੇ ਜਾਂਦੇ ਸੀ, ਹਲੀਮੀ ਨਾਲ ਸਟੇਜ ਤੋਂ ਥੱਲੇ ਉੱਠ ਕੇ, ਥੱਲੇ ਉਤਰ ਕੇ ਹੱਸਦੇ ਹੱਸਦੇ
ਆਸ਼ੀਰਵਾਦ ਲੈਣ ਆਉਣਾ, ਮੈਂ ਸਮਝਦਾ ਕਿ ਉਹ ਦਿਲ ਨੂੰ ਛੂਹ ਜਾਂਦੀ ਸੀ ਉਸ ਦਾ ਜਿਹੜਾ ਜੈਸਚਰ। ਔਰ ਜਿਸ ਤਰ੍ਹਾਂ ਉਹ ਅੱਗੇ ਵੱਧ ਰਹੇ ਸੀ, ਜਿੱਦਾਂ ਮਾਨਕ ਜੀ ਨੇ ਦੱਸਿਆ ਕਿ ਹਰ ਸਰੀਰ ਵਿੱਚ, ਚਾਹੇ ਉਹ ਭਗਤੀ ਸੰਗੀਤ ਸੀ, ਚਾਹੇ ਉਹ ਦੂਸਰਾ ਸੰਗੀਤ ਸੀ, ਹਰ ਸੰਗੀਤ ਵਿੱਚ ਦਿਲਜਾਨ ਨੇ ਸਹੀ ਮਾਇਨੇ 'ਚ ਬਹੁਤ ਆਪਣਾ ਨਾਮ ਬਣਾਇਆ। ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਕਲਾਕਾਰ ਦਾ ਚਲੇ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ। ਸੰਗੀਤ ਜਗਤ 'ਚ ਨਹੀਂ, ਸਮਾਜ ਨੂੰ ਬਹੁਤ ਵੱਡਾ ਘਾਟਾ ਹੈ। ਉਸਨੇ ਅਸਮਾਨ ਛੂਹਣਾ ਸੀ, ਜ਼ਿੰਦਗੀ ਦੀਆਂ ਬਹੁਤ ਬੁਲੰਦੀਆਂ ਤੇ ਜਾਣਾ ਸੀ, ਸੰਗੀਤ ਜਗਤ ਨੂੰ ਬਹੁਤ ਉੱਚਾ ਤੇ ਜਾਣਾ ਸੀ। ਤੇ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਭਾਣਾ ਮੰਗਣਾ ਪੈਣਾ, ਪਰ ਇਸ ਤਰ੍ਹਾਂ ਦਾ ਜਦੋਂ ਇੰਸੀਡੈਂਟ ਹੁੰਦਾ ਹੈ ਤਾਂ ਕਈ ਦਫਾ ਪਰਮਾਤਮਾ ਨੂੰ ਵੀ ਕੁਐਸਚਨ ਕਰਨ ਨੂੰ ਜੀ ਕਰਦਾ ਕਿ ਵਾਈ ਇਹ ਤਾਂ ਇੱਕ ਐਸੀ ਰੂਹ ਸੀ ਜਿਹੜੀ ਦੁਨੀਆ ਨੂੰ ਖੁਸ਼ ਕਰ ਰਹੀ ਸੀ, ਲੋਕਾਂ ਨੂੰ ਖੁਸ਼ ਕਰ ਰਹੀ ਸੀ, ਇਸਦਾ ਮਨੋਰੰਜਨ ਕਰ ਰਹੀ ਸੀ, ਇਸ ਤੋਂ ਇੰਨੀ ਜਲਦੀ ਕਿਉਂ ਲਗਾਏ? ਇਹ ਸਵਾਲ ਕਰਨ ਨੂੰ ਕਈ ਦਫਾ ਮਨ 'ਚ ਆਉਂਦਾ, ਕੁਐਸਚਨ ਆਉਂਦਾ ਹੈ। ਮੈਂ ਵੀ ਕਹੂੰਗਾ ਕਿ ਮਰਾੜ ਸਾਹਿਬ ਨਾਲ ਸਲਾਹ ਕਰਕੇ ਕੋਈ ਨਾ ਕੋਈ ਉਹਨਾਂ ਦੀ ਆਪਾਂ ਇੱਥੇ ਯਾਦਗਾਰ ਬਣਾਵਾਂਗੇ। ਔਰ ਮੈਂ ਉਹਦੇ ਵਿੱਚੋਂ ਆਪਣੇ MP ਲੈਟ ਫੰਡ 'ਚੋਂ 5 ਲੱਖ ਰੁਪਇਆ ਪਿੰਡਾ ਜਿਹੜਾ ਮੈਂ ਨਿਸ਼ਚਿਤ ਦਊਂਗਾ। ਇਸ ਤੋਂ ਵੱਡੀ ਐਗਜ਼ਾਮਪਲ ਕੋਈ ਹੋ ਨਹੀਂ ਸਕਦੀ ਕਿ ਕਿਸ ਤਰ੍ਹਾਂ ਅਚਾਨਕ ਸਾਡੇ ਹੱਥਾਂ 'ਚੋਂ ਉਹ ਸਾਡੇ ਬੱਚੇ ਨੂੰ ਲੈ ਕੇ ਉੱਡ ਗਿਆ ਔਰ ਅਸੀਂ ਸਭ ਦੇਖਦੇ ਰਹੇ। ਬਿਲਕੁਲ ਆਪਣੇ ਬੱਚਿਆਂ ਵਾਂਗ ਉਹਨੂੰ ਲਗਾਤਾਰ 15-16 ਸਾਲ ਤੋਂ ਨਾਲ ਲੈ ਕੇ ਥਾਂ ਥਾਂ ਅਸੀਂ ਉਹਨੂੰ ਵਿਚਰਦੇ ਰਹੇ। ਅਨੇਕਾਂ ਸਟੇਜਾਂ 'ਤੇ ਮੈਂ ਉਹਨੂੰ ਆਪਣਾ ਪੁੱਤਰ ਸਮਝ ਕੇ, ਆਪਣਾ ਭਰਾ ਸਮਝ ਕੇ, ਪੰਜਾਬੀ ਕੌਮ ਦਾ ਨਾਇਕ ਸਮਝ ਕੇ ਅਨੇਕਾਂ ਵਾਰ ਉਹਨੂੰ ਮੈਂ ਪਰੋਸ ਕੇ ਸਟੇਜ 'ਤੇ ਪੇਸ਼ ਕੀਤਾ। ਚਾਹੇ ਉਹ ਮਾਂ ਬੋਲੀ ਪੰਜਾਬੀ ਦੇ ਸਮਾਗਮ ਹੋਣ ਜਾਂ ਹਿੰਦ ਪਾਕ ਤੁਲਸੀ ਮੰਚ ਦੀਆਂ ਸਟੇਜਾਂ ਹੋਣ, ਮਾਨਕ ਸਾਹਿਬ ਬੈਠੇ ਆ, ਅਨੇਕਾਂ ਵਾਰ ਉਹਨੂੰ ਅਸੀਂ ਉਹਦੀ ਲੰਬੀ ਉਮਰ ਦੀਆਂ ਦੁਆਵਾਂ ਕੀਤੀਆਂ। ਸ਼ਾਇਦ ਸਾਡੀਆਂ ਦੁਆਵਾਂ ਕਬੂਲ ਨਹੀਂ ਹੋਈਆਂ ਕਿ ਅੱਜ ਇਹ ਜਿਹੜੀ ਸ਼ੋਕ ਸਭਾ, ਜਿਸ ਬੱਚੇ ਦੇ ਅਸੀਂ ਕਈ ਜਨਮ ਦਿਨ ਮਨਾਉਣੇ ਸੀ, ਜਿਹਦੇ ਪਰਿਵਾਰ ਦੇ ਅਨੇਕਾਂ ਖੁਸ਼ੀਆਂ ਦੇ ਸਮਾਗਮ ਅਸੀਂ ਮਨਾਉਣੇ ਸੀ, ਅੱਜ ਸਾਨੂੰ ਆਪਣੇ ਬੱਚੇ ਦੇ ਸ਼ੋਕ ਸਮਾਗਮ ਨੂੰ ਕਰਾਉਣਾ ਪੈ ਰਿਹਾ। ਇਸ ਤੋਂ ਵੱਡਾ ਦੁੱਖ ਸ਼ਾਇਦ ਇਨਸਾਨ ਦੀ ਜ਼ਿੰਦਗੀ 'ਚ ਕੋਈ ਹੁੰਦਾ ਨਹੀਂ ਹੈ। दूर जान वालिया तेरी बड़ी याद आएगी, दूर जान वालिया तेरी बड़ी याद आएगी, गम देण वालिया गम देण वालिया तेरी बड़ी याद आएगी, दूर जान वालिया तेरी बड़ी याद आएगी। बहार दी रुते जदों वण बिरख मोलन गए, सुबह सवेरे जदों रुखी परिंदे बोलन गए, बहार दी रुते जदों वण बिरख मोलन गए, सुबह सवेरे जदों रुखी परिंदे बोलणगे, सुर इलाही छेड़णगे ते दुख सुख खोलणगे, तेरे लापां दी तेरे सुर
सालां दी बात कायनात पाएगी, ओ दूर जान वालिया तेरी बड़ी याद आएगी। खेतां विच जदों कणकां ते जोबन आएगा, सरों खिड़ उठेगी, सोना बिखर जाएगा। खेतां विच जदों कणकां ते जोबन आएगा, सरों खिड़ उठेगी, सोना बिखर जाएगा। पौन दा बुला कोई रूह नशियाएगा, पौन दा बुला कोई रूह नशियाएगा। प्यार भिजी रूह फिर, प्यार भिजी रूह फिर गीत तेरे गाएगी, ओ दूर जान वालिया तेरी बड़ी याद आएगी। पिंडां ते शहरां विच जदों मेले लगणगे, गुरपुरब होणगे ते जगराते सजणगे। पिंडां ते शहरां विच जदों मेले लगणगे, गुरपुरब होणगे ते जगराते सजणगे। तेरियां उड़ीकां विच, तेरियां उड़ीकां विच साडी हूक निकल जाएगी, ओ दूर जान वालिया तेरी बड़ी याद आएगी। ओ गम देण वालिया, ओ गम देण वालिया तेरी बड़ी याद आएगी, ओ दूर जान वालिया तेरी बड़ी याद आएगी। ओ दूर जान वालिया, ओ दूर जान हो जा, ओ दूर जान वालिया, ओ दूर जान वालिया, ओ दूर जान वालिया, ओ दूर जान वालिया तेरी बड़ी याद आएगी। वाहिगुरू जी का खालसा, वाहिगुरू जी की फतेह। परमात्मा ਦੇ ਅੱਗੇ ਅਰਦਾਸ ਕਰਦਾ, ਸਤਿਗੁਰੂ ਜੇ ਇਹ ਬੱਚਾ ਸਾਨੂੰ ਪਿਆਰਾ ਸੀ ਤੇ ਉਹਨੇ ਤੈਨੂੰ ਵੀ ਪਿਆਰਾ ਸੀ। ਹੋ ਸਕਦਾ ਹੈ ਕਿ ਸਾਡੇ ਨਾਲੋਂ ਜ਼ਿਆਦਾ ਤੈਨੂੰ ਲੋੜ ਹੋਵੇਗੀ। ਅਗਰ ਜੇ ਤੁਸੀਂ ਇਸ ਨੂੰ ਲਗਾਏ ਆ, ਹਮੇਸ਼ਾ ਹੀ ਆਪਣੇ ਚਰਨਾਂ ਦੇ ਵਿੱਚ ਇਹਨੂੰ ਜੋੜ ਕੇ ਰੱਖਿਓ, ਆਵਾਗਮਨ ਦੇ ਚੱਕਰਾਂ ਤੋਂ ਬਚਾ ਕੇ ਰੱਖਿਓ। ਪਿੱਛੇ ਜਿਹੜੀ ਫੁਲਵਾੜੀ ਛੱਡੇ ਗਿਆ, ਉਹਨਾਂ ਦੇ ਜਿਹੜੇ ਲੜ ਲੱਗੇ ਸੀ ਧਨ ਸੁਮਤ ਨੇ ਬੱਚਾ ਹਰਮਨ, ਔਰ ਉਹਨਾਂ ਦਾ ਇੱਕ ਜੀਵ
ਛੋਟੀ ਜਿਹੀ ਹਾਲੇ ਪਲੀ ਸੁਰਾਇਆ ਜਿਹੜਾ ਕਿ ਉਹਨਾਂ ਦਾ ਨਾਂ ਆ, ਉਹਨਾਂ ਦੇ ਪਿੱਛੇ ਨਾਂ ਰਹਿ ਗਿਆ। ਔਰ ਪਰਿਵਾਰ ਨੂੰ ਇਹੋ ਜਿਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਅਸਾਇਆ ਇਹ ਜਿਹੜਾ ਵਿਛੋੜਾ ਹੈ ਇਹਨਾਂ ਦਾ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੀ, ਚੜ੍ਹਦੀਆਂ ਕਲਾ ਬਖਸ਼ਿਸ਼ ਕਰੀ। ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਚੰਨ ਦੇ ਫਰੀਕੇ ਬਖਸ਼ਿਸ਼ ਕਰਕੇ ਨਾਮ ਬਣ ਦਾ ਪਿਆਰ ਬਖਸ਼ਿਸ਼ ਕਰੀ। ਗੁਰੂ ਰੂਪ ਸਾਹਿਬ ਸੰਗਤ ਜੀ ਇੰਨਾ ਕੁਛ ਕਹਿੰਦਾ ਹੋਇਆ ਦਾਸ ਅੰਦਰੋਂ ਦਿਲ ਤਾਂ ਬਹੁਤ ਕਰਦਾ, ਬਹੁਤ ਫੁਰਨੇ ਫੁਰਦੇ ਆ, ਪਰ ਸਮਾਂ ਵੀ ਨਹੀਂ ਹੈ ਔਰ ਹਿੰਮਤ ਵੀ ਨਹੀਂ ਰਹਿ ਗਈ। ਹਿੰਮਤ ਵੀ ਨਹੀਂ ਰਹਿ ਗਈ ਕਿਉਂਕਿ ਪਿਆਰ ਹੀ ਇੰਨਾ ਦੇ ਗਿਆ ਸੀ ਜਿਹੜਾ ਕਿ ਮੈਂ ਬੋਲਣ ਜੋਗਾ ਨਹੀਂ ਰਹਿ ਗਿਆ। ਸੋ ਮੈਂ ਇਹੋ ਜਿਹੀ ਅਰਦਾਸ ਕਰਦਾ, ਸਾਰੇ ਹੀ ਇਹ ਅਰਦਾਸ ਕਰਿਓ, ਦੇਹੋ ਸੱਜਣ ਆਸੀਸਣੀਆਂ ਜੋ ਹੋਵੇ ਸਾਹਿਬ ਸਿਉ ਮੇਲ। बोले सो नरपहै सतगुरु रविदास महाराज की जय। बोले सो निहाल सत श्री अकाल। गुरु महाराज जी के पावन ते पवित्र निघे गोद दे विच विराजमान समूह साध संगत जी गज बज के फतेह प्रवान करिए। वाहिगुरु जी का खालसा वाहिगुरु जी की फतेह। दिल जान के बारे में की कह सकता जी, मैं सारिया गल्लां हो गई, साढ़े पॉलिटिशियंस भी बोल गए, साढ़े संत महात्मा लोग भी बोल गए, पत्रकार साहबान बुद्धिजीवी सियाणे लोग सब बोल गए। और मैं जो तुहाडे नाल साझा करना चाहुंदा दुख दे नाल एक चौधरी साहब ने गल की सी कि असी तुसी आपां सारे रल मिल के कुछ भी नहीं कर सकते, एक परिवार का दुख असी वंडा सकते हैं। सियाने कहते हैं कि खुशी जिहड़ी आ वो माणिया जो दुगुनी होंदी है, दुख वंडाया बहुत ज़्यादा घट जाता। कि असी सारे परिवार के नाल तुसी असी अज साडा आउण दा सारिਆਂ ਦਾ मकसद है कि जो भी अनहोनी हुई है दिल जान दे नाल, मेरा छोटा वीर सी, साडा सारिਆਂ ਦਾ छोटा तो बड़ा वीर बच्चा सी साडा, ये कदे भी ना पूरा होने वाला घाटा जिहड़ा जिथे परिवार नूं पिया उत्थे एक संगीत के परिवार नूं ये बहुत वड्डा घाटा पिया। क्योंकि जदों वो इन्नी छोटी उम्र दे विच इन्ने वड्डे कारनामे कर सकदा संगीत की दुनिया दे विच, और जे मालक उन्होंने लंबी उम्र बख्शदा तो वो की करके सकता। मैं इनू संगीत लई भी उदा ही वड्डा घाटा समझना, पता नहीं साडे संगीत लई किन्ना कुछ होर करके जाना सी जिन्ना घाटा परिवार नूं पिया। एक निक्का जिहा रोस में असी करवानी तो आप सारे बहुत निर्भर हाँ, साढ़े ते असर भी आ, असी सत्कार भी करते हैं। और चौधरी साहब ने गल की सी और मेरे भी मन के बहुत बार एक गल उठती होंगी है कि सब कुछ ही इस ग्रंथ के गुरबाणी के सारे धर्मों के लिखा हुआ है, पर कई बार रोसे उठते आ दिमाग के मन के भी ये की है, ये जो कुदरत के रंग आ ये अज तक किसी की भी समझ नहीं आई। मालक सिरजदा, कई बच्चों को मालक पूरा सिरजदा ही नहीं, और जो दिलजान का साडा घाटा होया, दिलजान के नाल हिफल होया, ये क्यों होया? असीं कहने कि वो सब का जिथे सिरजनहार है, वो पालनहार है, राखणहार है, साडा सब का रखवाला। पर ये गल्लां एक डाउट भी पैदा करदियां और सानू अपनी अपनी जिंदगी दे विच दुनियादारी दे विच प्यार ते मुहब्बत के नाल मिलण दा विचरण दा सुनेहा भी दिंदियां कि प्यार तो वड्डी कोई चीज़ नहीं, मुहब्बत तो वड्डी कोई चीज़ नहीं। एक गल मेरे होर बैठे दे दिमाग च घूमदी सी कि दिलजान ने अपने उस्ताद जी दे नाल जिन्ना मैं सुनिया, मैनूं पता कि बचपन तो लैके जिन्नी इबादत की, जिन्नी भगती की है, बाबा नानक भी कहता कि भगती नाल शक्ति मिलती है, और दिल जान में भी शक्ति मिली होगी। और ये शक्ति कित्थे चली जाती है, ये गल्लां लंबियां ने। मैं ये गल्लां अपने किसी के भी ना तो अज तक समझ आईयां, साडे वड्डियां तो भी सुनते आए ना अपने आउणियां। मैनूं लगता ये विचों इको ही मैसेज लगता बनता कि सानू प्यार ते मुहब्बत दे नाल जिंदगी जीनी चाहिए है।
ਪਿਆਰ ਤੁਸੀਂ ਕਰਕੇ ਦੇਖੋ, ਕਿਸੇ ਨੂੰ ਵੀ ਮੁਹੱਬਤ ਕਰਕੇ ਦੇਖੋ, ਮੇਰਾ ਖਿਆਲ ਦੂਸਰਾ ਆਦਮੀ ਤੁਹਾਨੂੰ ਜਾਨ ਦੇਣ ਤੱਕ ਵੀ ਉਹ ਚਲਾ ਜਾਂਦਾ। ਇਹ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਤੇ ਮੈਂ ਅੱਜ ਸਾਡੇ ਬਹੁਤ ਸਾਰੇ ਆਰਟਿਸਟ ਲੋਕ ਇੱਥੇ ਬਹੁਤ ਰੁਝੇਵੇਂ ਨੇ, ਬਹੁਤ ਤਰ੍ਹਾਂ ਦੇ ਫੰਕਸ਼ਨ ਨੇ, ਬਹੁਤ ਜ਼ਿਆਦਾ ਫੰਕਸ਼ਨ ਨੇ। ਹੁਣ ਤੇ ਮੈਂ ਮਾਫੀ ਚਾਹੂੰਗਾ ਕਿ ਇਹ ਜਿਹੜੀਆਂ ਮੌਤਾਂ ਨੇ, ਆ ਡੈਥਸ ਹੋ ਰਹੀਆਂ, ਮੇਰਾ ਖਿਆਲ ਇਹ ਅਣਗਿਣਤ ਹੋ ਰਹੀਆਂ। ਮੈਂ ਉਸ ਮਾਲਕ ਦੇ ਚਰਨਾਂ ਦੇ ਵਿੱਚ ਮੈਂ ਅਰਦਾਸ ਕਰਦਾ, ਆਪਾਂ ਸਾਰੇ ਕਰੀਏ ਕਿ ਲੜੀ ਲੱਗੀ ਜਾ ਰਹੀ ਹੈ, ਜਿਵੇਂ ਲਾਈਨ ਲੱਗੀ ਜਾ ਰਹੀ ਹੈ। ਸਰਦੂਲ ਭਾਜੀ ਤੋਂ ਸ਼ੁਰੂ ਪਹਿਲਾਂ ਤੋਂ ਚੱਲਦਾ ਆ ਰਿਹਾ, ਪਰ ਹੁਣ ਦਾ ਜਿਹੜਾ ਸਮਾਂ ਮਹੀਨੇ ਦੀ ਮੈਂ ਗੱਲ ਕਰਨ ਲੱਗਾ, ਜੇ ਮੈਂ ਤੁਹਾਨੂੰ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਸਰਦੂਲ ਭਾਜੀ, ਉਸ ਤੋਂ ਬਾਅਦ ਮੇਰੀ ਸੰਗੀਤ ਦੇ ਦੁਨੀਆ ਦੇ ਸਭ ਕੁਝ ਜਿਨ੍ਹਾਂ ਤੋਂ ਮੈਂ ਜਿੰਨਾ ਵੀ ਸਿੱਖ ਸਕਿਆ, BS ਨਾਰੰਗ ਸਾਹਿਬ, ਔਰ ਮੇਰੀ ਰਿਦਮ, ਮੇਰੀ ਕਲਾ ਦੇ ਮੇਰੇ ਗੁਰੂ ਰਜਿਸਟਰਾਰ ਇੰਦਰਜੀਤ ਸਿੰਘ, ਔਰ ਮੇਰਾ ਮਜੀਸ਼ੀਅਨ ਸੀ ਸੰਜੇ ਕੁਮਾਰ ਕਾਲਾ, ਜਿਹੜਾ 4-5 ਸਾਲ ਤੋਂ ਕੈਨੇਡਾ ਜਾ ਕੇ ਸੈੱਟ ਹੋਇਆ। ਆਪਣੇ ਬੱਚਿਆਂ ਲਈ ਹੁਣੇ ਅਪਲਾਈ ਕਰਨਾ ਸੀ। ਮੇਰੇ ਨਾਲ 17 ਸਾਲ ਅਸੀਂ ਇਕੱਠਿਆਂ ਨੇ ਸਟੇਜ 'ਤੇ ਕੰਮ ਕੀਤਾ। ਉਹ ਸਾਡੇ ਵਿਚਕਾਰ ਨਹੀਂ ਰਿਹਾ, ਦਿਲ ਜਾਨ ਸਾਡੇ ਵਿਚਕਾਰ ਨਹੀਂ ਰਿਹਾ। ਕੱਲ੍ਹ ਅਸੀਂ ਖਬਰ ਸੁਣ ਲਈ ਹੈ ਜੀ ਸਤੀਸ਼ ਕੌਰ ਸਾਹਿਬ ਦੀ, ਔਰ ਮੈਂ ਉਸ ਤੁਹਾਡੇ ਸਾਰਿਆਂ ਵੱਲੋਂ ਤੇ ਮੈਂ ਆਪਣੇ ਵੱਲੋਂ, ਸਾਰੇ ਗਾਇਕ, ਸਾਡੇ ਕਲਾਕਾਰ, ਆਰਟਿਸਟ ਭਾਈਚਾਰੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਤੇ ਨਾਲ ਦੀ ਨਾਲ ਉਸ ਮਾਲਕ ਦੇ ਚਰਨਾਂ ਦੇ ਵਿੱਚ ਹੱਥੋਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਮਾਲਕ ਸਮਤ ਬਖਸ਼ੋ। ਅਸੀਂ ਭੁੱਲਣਹਾਰ ਹਾਂ, ਅਸੀਂ ਬਹੁਤ ਗਲਤੀਆਂ ਕਰਦਾ ਇਨਸਾਨ, ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦਾ, ਅਸੀਂ ਵੀ ਕਰਦੇ ਹਾਂ, ਪਰ ਸਾਨੂੰ ਗਲਤੀਆਂ ਤੋਂ ਸਬਕ ਸਿੱਖਣ ਦਾ ਬਲ ਬਖਸ਼ੋ, ਔਰ ਸਾਡੇ ਤੇ ਆਪਣੀ ਸਿਰਜੀ ਹੋਈ, ਆਪਣੀ ਬਣਾਈ ਦੁਨੀਆ, ਉਹਦੇ ਤੇ ਮਿਹਰਬਾਨ ਹੋਵੋ। ਔਰ ਅੰਤ ਦੇ ਵਿੱਚ ਪਰਿਵਾਰ ਦੇ ਨਾਲ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ, ਸਾਰੇ ਆਰਟਿਸਟ ਪਰਿਵਾਰ ਵੱਲੋਂ, ਤੁਹਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਦੁੱਖ ਪ੍ਰਗਟ ਕਰਦਾ ਹਾਂ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। ਉਹ ਲਗਭਗ ਸਾਰੀਆਂ ਮੇਰੇ ਵੀਰ ਸਤਨਾਮ ਮਾਣਕ ਹੋਰੀ ਕਰ ਗਏ ਨੇ ਤੇ ਮੈਂ ਦੁਹਰਾਵਾਂ ਤੇ ਚੰਗਾ ਨਹੀਂ ਲੱਗਣਾ। ਸਤਨਾਮ ਹੋਰਾਂ ਦਾ ਧੰਨਵਾਦ ਕਿ ਉਹਨਾਂ ਨੇ ਬਹੁਤ ਚੰਗੇ ਢੰਗ ਨਾਲ ਉਹਦੀ ਉਠਾਣ ਬਾਰੇ, ਉਹਦੀ ਕਲਾ ਬਾਰੇ ਸਾਰਾ ਕੁਝ ਪੇਸ਼ ਕਰ ਦਿੱਤਾ। ਮੈਂ ਬੇਨਤੀ ਕਰਾਂ ਕਿ ਮੇਰੇ ਵਾਸਤੇ ਉਹ ਆਪਣੇ ਬੱਚਿਆਂ ਵਰਗਾ ਬੱਚਾ ਸੀ, ਮੇਰੇ ਬੱਚਿਆਂ ਨਾਲ ਵੀ ਰਚਿਆ ਮਿਚਿਆ ਸੀ, ਬਹੁਤ ਛੋਟਾ ਜਿਹਾ ਸੀ। ਅੱਜ ਤੋਂ 27-28 ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਉਹਨੂੰ ਵੇਖਿਆ, ਮੈਂ ਇਹਨਾਂ ਤਿੰਨਾਂ ਭੈਣ ਭਰਾਵਾਂ ਨੂੰ, ਦਿਲਜਾਨ, ਮਿੱਕੀ, ਡਾਲੀ, ਇਹਨਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਇੱਕ ਦੂਸਰੇ ਨਾਲ ਬੱਚੇ ਜਿਸ ਤਰ੍ਹਾਂ ਆਪੋ ਵਿੱਚ ਚੋਭਾ ਲਾਉਂਦੇ ਆ, ਛੋਟੀਆਂ ਛੋਟੀਆਂ ਗੱਲਾਂ ਤੇ ਚਾਟ ਖਾਧੀ ਤੇ ਗਲਾ ਖਰਾਬ ਹੋ ਗਿਆ, ਸੁਰ ਠੀਕ ਨਹੀਂ ਨਿਕਲੀ, ਉਹ ਵੀ ਸਾਰੀਆਂ ਗੱਲਾਂ ਘਰ 'ਚ ਇਹਨਾਂ ਨਾਲ ਬਹਿ ਕੇ ਹੱਸਿਆ ਖੇਡਿਆ। ਅਸੀਂ ਘੰਟਿਆਂ ਬੱਧੇ ਵੀ ਪਰਿਵਾਰ 'ਚ ਬੈਠਦੇ ਸਾਂ, ਗੱਲ ਚਾਟ ਤੋਂ ਸ਼ੁਰੂ ਹੁੰਦੀ ਤੇ ਤੁਰ ਲੱਗਿਆ ਫਿਰ ਚਾਟ ਤੇ ਆ ਜਾਂਦੀ ਸੀ। ਉਸ ਬੱਚੇ ਨੂੰ ਫਿਰ ਉਸ ਦੌਰ ਵਿੱਚ ਵੀ ਅਸੀਂ ਵੇਖਿਆ ਕਿ ਜਦੋਂ ਉਹ ਸੁਰਕ ਖੇਤਰ ਵਿੱਚ ਗਿਆ ਤੇ ਸਾਡੀ ਬਹੁਤ ਮਹਾਨ ਕਲਾਕਾਰ ਆਸ਼ਾ ਭੌਂਸਲੇ ਨੇ ਬੁੱਕਲ 'ਚ ਲੈ ਕੇ ਆਸ਼ੀਰਵਾਦ ਦਿੱਤਾ ਕਿ ਅਸੀਂ ਸਾਰੇ ਜਜ਼ਬਾਤੀ ਹੋ ਗਏ ਸਾਂ। ਮੈਂ ਇਸ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ 'ਚ ਸ਼ਾਮਲ ਹੁੰਦਾ ਰਿਹਾ। ਮੇਰੀ ਬਦਕਿਸਮਤੀ ਹੈ ਕਿ ਅੱਜ ਦੁੱਖ ਦੇ ਮੌਕੇ ਆਉਣਾ ਪਿਆ। ਜਿਸ ਦਿਨ ਇਹ ਘਟਨਾ ਵਾਪਰੀ ਹੈ, ਭਾਗੀ ਘਟਨਾ ਵਾਪਰੀ ਹੈ, ਸ਼ਾਇਦ ਮੈਂ ਪਹਿਲਾ ਬੰਦਾ ਸਾਂ ਜਿਹਨੂੰ ਤੜਕੇ 3:35 ਤੇ ਫੋਨ ਆਇਆ ਤੇ ਮੈਂ ਫੋਨ ਚੁੱਕਦਿਆਂ ਹੀ ਹੈਲੋ ਨਹੀਂ ਕਿਹਾ, ਮੈਂ ਪਹਿਲਾਂ ਹੀ ਆਖਿਆ ਮਦਨ ਕੀ ਹੋ ਗਿਆ, ਇੰਡੀਆ ਵਿੱਚ ਤਾਂ ਅਜੇ ਬਹੁਤ ਤੜਕਾ ਹੈ। ਤੇ ਅੱਗੋਂ ਮਦਨ ਲਾਲ ਮਢਾਰ ਨੇ ਕਿਹਾ ਮੈਂ ਵੀ ਇੰਡੀਆ ਵਿੱਚ ਹੀ ਹਾਂ ਤੇ ਲੋੜਾ ਪੈ ਗਿਆ, ਆਪਣਾ ਦਿਲ ਜਾਨ ਹੈ। 3:30 ਵਜੇ ਤੜਕੇ ਜਿਹਨੂੰ ਇਹ ਖਬਰ ਸੁਣਨੀ ਪਵੇ ਕਿ ਪੁੱਤਰਾਂ ਵਰਗਾ ਬੱਚਾ ਤੁਰ ਗਿਆ ਐਕਸੀਡੈਂਟ ਦੇ ਵਿੱਚ, ਉਹਦਾ ਦੁੱਖ ਤੁਸੀਂ ਸਮਝ ਸਕਦੇ ਹੋ। ਉਹਦੇ ਤੋਂ ਬਾਅਦ 1 ਘੰਟੇ ਦੇ ਅੰਦਰ ਅੰਦਰ ਅਸੀਂ 5-6 ਵਾਰ ਗੱਲਾਂ ਕੀਤੀਆਂ, ਕਦੇ ਇਸ ਕਰਕੇ ਕਿ ਥਾਣੇ ਵਾਲਿਆਂ ਨੂੰ ਕੀ ਆਖਣਾ, ਰਿਪੋਰਟ ਕਿੱਦਾਂ ਬਣਾਉਣੀ ਹੈ, ਬਾਕੀ ਪ੍ਰਬੰਧ ਕਿੱਦਾਂ ਕਰਨੇ ਆ, ਉੱਥੇ ਕੈਨੇਡਾ ਵਿੱਚ ਟਿਕਟਾਂ ਦਾ ਕੀ ਪ੍ਰਬੰਧ ਹੈ। ਮੈਂ ਘਰ ਦੀ ਇਸ ਨਿੱਕੀ ਨਿੱਕੀ ਗੱਲ 'ਚ ਇਹਨਾਂ ਨਾਲ ਸ਼ਾਮਲ ਰਿਹਾ। ਹੁਣ ਕਿਉਂਕਿ ਮੈਂ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਵੀ ਸ਼ਾਮਲ ਰਿਹਾ ਸਾਂ ਤੇ ਇਸ ਦੁੱਖ ਦੇ ਮੌਕੇ ਵੀ ਉਸ ਦਿਨ ਤੜਕੇ 3:30 ਵਜੇ ਤੋਂ ਬਾਅਦ ਲਗਾਤਾਰ ਨਿੱਕੀ ਨਿੱਕੀ ਗੱਲ 'ਚ ਸ਼ਾਮਲ ਰਿਹਾ। ਤੁਸੀਂ ਮੇਰਾ ਦੁੱਖ ਸਮਝ ਸਕਦੇ ਹੋ।
मैं परिवार नाल मैं बलदेव होरां नाल उस दिन गल लग के रो गया। मैं मदन होरां नाल भी जिन्ना दुख बनदा सी कर गया। इस मौके उहदी कला बारे मैं गल जान के नहीं छेड़ रहा, किसी होर मौके छेड़ागा। मेरे बच्चों ने मैं बाहरों फोन करके आख्या पापा ये की हो गया। अज सिर्फ निजी गल्लां करके उन्नी क सांझ तक करके ते जिहड़े बच्चे नूं हत्थां 'च पालिया सी परवान हुंदा इस कला दे आसमान के उत्ते डारियां लाउंदियां वेख्या सी, जिन्हें 28 तरीक नूं मैनूं वीडियो क्लिप भेज के आख्या सी टीजर आ गया, कल आके मिलूंगा। कल वो आया ना ते परसों के तड़के ਉਹਦੇ बारे फोन आ गया। मैं की आख्या, मैं उन्होंने शरदा के फुल भेंट करदा। बहुत औखा पर भरे मन नाल सीने ते पत्थर रख के मैनू उस बच्चे वास्ते ये लफ्ज़ वरतने पै रहे हैं कि मैं शरदा के फुल भेंट करदा। साडे वस की गल नहीं। इस मौके ते मैं बलदेव जी नाल मदन मढ़ार मेरे लिए छोटा भरा है, सारे परिवार नाल हमदर्दी भी प्रगट करदा। मैं परिवार के दुख च शामिल है ते क्योंकि मैं परिवार का अंग है। तुसीं जिन्ने भी इत्थे भरा भाई बजुर्ग बच्चे भैणां आए हो, मैं तुहाडा सारिਆਂ ਦਾ ਧੰਨਵਾਦ भी करदा कि तुसीं दुख मनाउण वास्ते आए हो। वाहिगुरू जी का खालसा, श्री वाहिगुरू। देश दुनिया ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।